रेडियो इंडिया KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਦਾ ਸੰਡੇ ਸ਼ੋ ਵਿਦ ਲਵਲੀਨ ਗਿੱਲ ਦੇ ਵਿੱਚ ਹਾਰਦਿਕ ਸਵਾਗਤ। ਮੇਰੇ ਯਾਨੀ ਪ੍ਰੋਗਰਾਮ ਹੋਸਟ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਸਟੂਡੀਓ ਦਾ ਨੰਬਰ ਹੈ 604 592 91 91 604 592 9191। ਤਾਂ ਸੰਡੇ ਸ਼ੋਅ ਦੇ ਨਿਰਧਾਰਤ 4 ਪੜਾਵੀ ਇਸ ਪ੍ਰੋਗਰਾਮ ਨੂੰ ਵਿਸਥਾਰ ਦੇਣ ਦੇ ਲਈ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਰੇਡੀਓ ਇੰਡੀਆ ਦੇ ਡਾਇਰੈਕਟਰ ਆਫ ਰਿਸਰਚ ਅਤੇ ਬੈਰਿਸਟਰ ਸਰਦਾਰ ਲਵਲੀਨ ਸਿੰਘ ਜੀ ਗਿੱਲ। ਸੋ ਆਓ ਪਹਿਲਾਂ ਗਿੱਲ ਸਾਹਿਬ ਦਾ ਸਵਾਗਤ ਕਰ ਲਈਏ, ਫਿਰ ਉਸ ਤੋਂ ਬਾਅਦ ਅਸੀਂ ਵਿਸ਼ਿਆਂ ਦੇ ਆਧਾਰ ਤੇ ਪੜਾਅ ਦਰ ਪੜਾਅ ਅੱਗੇ ਵਧਾਂਗੇ। ਗਿੱਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਦਾ ਸੰਡੇ ਸ਼ੋਅ ਵਿੱਚ। ਬਹੁਤ ਸ਼ੁਕਰੀਆ ਭੰਮ ਸਾਹਿਬ ਜੀ। ਸੋ ਗਿੱਲ ਸਾਹਿਬ, ਸਾਡਾ ਸਭ ਤੋਂ ਪਹਿਲਾ ਜਿਹੜਾ ਜਿਸ ਤਰ੍ਹਾਂ ਪੜਾਅ ਨਿਰਧਾਰਤ ਹੈ ਇਤਿਹਾਸ ਦੇ ਝਰੋਖੇ ਚੋਂ, ਅੱਜ 24 ਦਸੰਬਰ ਹੈ ਜੀ, ਗੀਤਾ ਦਿਵਸ ਹੈ ਜੀ। ਮੰਦਰਾਂ ਦੇ ਵਿੱਚ ਥਾਂ ਥਾਂ ਜਿਹੜਾ ਹਿੰਦੂ ਭਾਈਚਾਰੇ ਵੱਲੋਂ ਵੀ ਤੇ ਜਿਹੜੇ ਵੀ ਇਸ ਨੂੰ ਮੰਨਣ ਵਾਲੇ ਨੇ ਉਹ ਸਾਰੇ ਮਤਲਬ ਕਿ ਅੱਜ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੇ ਨੇ। ਸੋ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇੱਕ ਤਾਂ ਇਸ ਦਿਨ ਬਾਰੇ ਪਲੱਸ ਇਹ ਗੀਤਾ ਦੀ ਫਿਲਾਸਫੀ ਬਾਰੇ ਵੀ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਜੀ। ਭੰਮ ਸਾਹਿਬ, ਜਿਹੜਾ ਗੀਤਾ ਦਾ ਸੰਦੇਸ਼ ਹੈ ਉਹ ਨਾ ਸਿਰਫ ਇਕੱਲੇ ਹਿੰਦੂ ਭਾਈਚਾਰੇ ਦੇ ਲਈ ਜੀ, ਉਹ ਸਾਰੀ ਮਨੁੱਖਤਾ ਦੇ ਲਈ ਸੰਦੇਸ਼ ਹੈ ਜੀ। ਗੀਤਾ ਦਾ ਜਿਹੜਾ ਸੰਦੇਸ਼ ਹੈ ਉਹ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਵੀ ਸ਼ਬਦ ਗੁਰੂ ਤੇ ਸੁਰਤ ਚੇਲਾ ਜੀ, ਜਿਹੜਾ ਉਹ ਸੰਦੇਸ਼ ਹੈ ਉਹ ਇੱਕ ਵਿਆਕੁਲ ਮਨ ਦੇ ਲਈ ਹੈ ਜੀ। ਵਿਆਕੁਲ ਮਨ ਦੇਖੋ, ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਵੀ ਮਨੁੱਖ ਦਾ ਜਿਹੜਾ ਮਨ ਹੈ ਉਹ ਵਿਆਕੁਲ ਸੀ ਜੀ। ਉਹ ਭਰਮ ਦੇ ਕਾਰਨ ਜਿਹੜਾ ਹੈ ਉਹ ਭਟਕਿਆ ਹੋਇਆ ਸੀ ਤੇ ਅੱਜ ਵੀ ਜਿਹੜਾ ਮਨੁੱਖੀ ਮਨ ਹੈ ਉਹ ਵਿਆਕੁਲ ਹੈ ਕਾਮਨਾਵਾਂ ਦੇ ਵਸ ਵਿੱਚ ਹੋ ਕੇ। ਤੇ ਅੱਜ ਤੋਂ ਹਜ਼ਾਰਾਂ ਸਾਲ ਬਾਅਦ ਵੀ ਚਾਹੇ ਜਿਹੜਾ ਤੁਹਾਡਾ ਇਰਦ ਗਿਰਦ ਸਾਰਾ ਮਾਹੌਲ ਹੈ ਜੀ ਉਹ ਬਦਲ ਜਾਵੇ, ਪਰ ਜਿਹੜਾ ਮਨੁੱਖੀ ਮਨ ਹੈ ਜੀ, ਜਿਹੜੀ ਮਨੁੱਖੀ ਚੇਤਨਾ ਹੈ ਉਸ ਦਾ ਜਿਹੜਾ ਆਲਮ ਹੈ ਉਹ ਇਹੀ ਰਹੇਗਾ ਜੀ। ਜਿਹੜੇ ਕੁਝ ਗ੍ਰੰਥ ਤੇ ਕੁਝ ਰਚਨਾਵਾਂ ਦੇਖੋ ਅਮਰ ਹੋ ਜਾਂਦੀਆਂ ਨੇ, ਜਿਸ ਤਰ੍ਹਾਂ ਮਹਾਭਾਰਤ ਹੈ ਜੀ। ਉਹ ਰਿਸ਼ੀ ਵਿਆਸ ਨੇ ਇਹ ਗੱਲ ਮਹਾਭਾਰਤ ਬਾਰੇ ਆਖੀ ਸੀ ਕਿ ਜੋ ਕੁਝ ਦੁਨੀਆ ਦੇ ਵਿੱਚ ਹੈ ਉਹ ਇਸ ਗ੍ਰੰਥ ਦੇ ਵਿੱਚ ਹੈ, ਜੋ ਇਸ ਗ੍ਰੰਥ ਦੇ ਵਿੱਚ ਨਹੀਂ ਉਹ ਦੁਨੀਆ ਦੇ ਵਿੱਚ ਹੀ ਨਹੀਂ ਜੀ। ਇਸੇ ਤਰ੍ਹਾਂ ਤੁਸੀਂ ਜੇ ਸ਼ੇਕਸਪੀਅਰ ਦੇ ਪਲੇ ਦੇਖੋ ਵੀ ਉਹ ਅੱਜ ਤੱਕ ਇੰਨਾ ਪਪੂਲਰ ਕਿਉਂ ਹੈ, ਕਿਉਂਕਿ ਉਹ ਜਿਹੜੇ ਬੇਸਿਕ ਜਿਹੜੇ ਮੂਲਭੂਤ ਮਨੁੱਖੀ ਅਹਿਸਾਸ ਨੇ ਜੀ, ਮਨੁੱਖੀ ਭਾਵਨਾਵਾਂ ਨੇ, ਚਾਹੇ ਉਹ ਮੋਹ ਹੈ, ਚਾਹੇ ਉਹ ਲਾਲਸਾ ਹੈ, ਚਾਹੇ ਉਹ ਕਾਮ ਹੈ, ਚਾਹੇ ਉਹ ਈਰਸ਼ਾ ਹੈ, ਚਾਹੇ ਉਹ ਮੁਹੱਬਤ ਹੈ ਜੀ, ਜਿਹੜੀ ਫਿਲਾਸਫੀ ਜਾਂ ਜਿਹੜੀਆਂ ਕਥਾਵਾਂ ਇਹਨਾਂ ਮੂਲਭੂਤ ਭਾਵਨਾਵਾਂ ਦੇ ਨਾਲ ਜੁੜੀਆਂ ਨੇ ਉਹਨਾਂ ਨੂੰ ਐਡਰੈਸ ਕਰਦੀਆਂ ਨੇ ਜੀ, ਉਹ ਹਮੇਸ਼ਾ ਹੀ ਸਾਰਥਕ ਰਹਿੰਦੀਆਂ ਨੇ। ਕਿਉਂਕਿ ਇਹ ਭਾਵਨਾਵਾਂ ਜਿਹੜੀਆਂ ਨੇ ਮੂਲਭੂਤ ਉਹ ਮਨੁੱਖੀ ਮਨ ਦੇ ਵਿੱਚ ਕੱਲ ਵੀ ਸੀ ਜੀ, ਅੱਜ ਵੀ ਨੇ ਤੇ ਕੱਲ ਰਹਿਣਗੀਆਂ ਵੀ। ਸੋ ਇਸ ਲਈ ਗੀਤਾ ਜਿਹੜਾ ਹੈ ਉਹ ਬਹੁਤ ਹੀ ਵਿਲੱਖਣ ਗ੍ਰੰਥ ਹੈ ਭੰਮ ਸਾਹਿਬ ਜੀ ਜੀ। ਕਿਉਂਕਿ ਕਈ ਗ੍ਰੰਥਾਂ ਦੇ ਵਿੱਚ ਤਾਂ ਦੇਖੋ ਜਿਹੜੀ ਫਿਲਾਸਫੀ ਹੈ ਉਹ ਐਬਸਟਰੈਕਟ ਫਿਲਾਸਫੀ ਹੈ ਜਾਂ ਉਸ ਦੇ ਵਿੱਚ ਜਿਹੜਾ ਮੈਟਾਫਿਜ਼ੀਕਲ ਗੱਲਾਂ ਨੇ ਉਹ ਜਿਹੜੇ ਬਹੁਤ ਜਿਹੜੇ ਰੁਚੀ ਰੱਖਦੇ ਨੇ ਧਰਮ ਦੇ ਵਿੱਚ ਜੀ ਉਹ ਹੀ ਪੜ੍ਹਦੇ ਨੇ, ਪਰ ਜਿਹੜਾ ਗੀਤਾ ਦਾ ਗਿਆਨ ਹੈ ਉਹ ਬਹੁਤ ਹੀ ਸਵਾਲ ਜਵਾਬ ਦੇ ਰੂਪ ਦੇ ਵਿੱਚ ਹੈ ਇੱਕ ਤਾਂ ਜੀ। ਹੁਣ ਜਦ ਅਰਜੁਨ ਸ਼੍ਰੀ ਕ੍ਰਿਸ਼ਨ ਤੋਂ ਸਵਾਲ ਕਰਦਾ ਹੈ ਉਹ ਸਵਾਲ ਸਿਰਫ ਅਰਜੁਨ ਦੇ ਸਵਾਲ ਨਹੀਂ, ਉਹ ਸਵਾਲ ਜਿਹੜੇ ਹੈ ਉਹ ਮਨੁੱਖਤਾ ਦੇ ਸਵਾਲ ਹੈ ਜੀ। ਉਹ ਇੱਕ ਇਨਸਾਨ ਦੇ ਇੱਕ ਰੂਹ ਦੇ ਸਵਾਲ ਹੈ ਜਿਹੜੇ ਤੁਸੀਂ ਦੇਖੋ, ਜੇ ਤੁਸੀਂ ਗੀਤਾ ਨੂੰ ਪੜ੍ਹੋ ਤਾਂ ਤੁਹਾਡੇ ਮਨ ਦੇ ਵਿੱਚ ਜੋ ਸਵਾਲ ਉੱਠੂਗਾ ਉਹ ਅਗਲਾ ਸਵਾਲ ਹੀ ਤੁਸੀਂ ਪੜ੍ਹੋਗੇ ਵੀ ਉਹ ਅਰਜੁਨ ਨੇ ਉਹ ਕ੍ਰਿਸ਼ਨ ਨੂੰ ਪੁੱਛਿਆ। ਸੋ ਇਸ ਲਈ ਜਿਹੜੀ ਗੀਤਾ ਦੀ ਸਾਰਥਕਤਾ ਹੈ ਇਹ ਦੁਨੀਆ ਦੇ ਵਿੱਚ ਇਹ ਵੱਧਦੀ ਜਾਣੀ ਹੈ
ਜਿੰਨੀ ਅੱਜ ਹੈ ਇਸ ਤੋਂ ਵੀ ਅੱਗੇ ਇਹ ਵੱਧਦੀ ਜਾਣੀ ਜੀ। ਹੁਣ ਜਿਹੜੀ ਸ਼੍ਰੀਮਦ ਭਗਵਤ ਗੀਤਾ ਹੈ ਭਾਮ ਸਾਹਿਬ, ਇਹ ਇਕਲੌਤੀ ਗੀਤਾ ਨਹੀਂ, ਇਸ ਤੋਂ ਪਹਿਲਾਂ ਇੱਕ ਅਸ਼ਟਾਵਕਰ ਦੀ ਗੀਤਾ ਵੀ ਹੈ। ਕਈ ਗੀਤਾਵਾਂ ਲਿਖੀਆਂ ਜਾ ਚੁੱਕੀਆਂ ਨੇ ਜੀ, ਜਿਸ ਦੇ ਵਿੱਚ ਇੱਕ ਅਸ਼ਟਾਵਕਰ ਗੀਤਾ ਹੈ ਜਿਹੜੀ ਕਿ ਆਪਦੇ ਆਪ 'ਚ ਬਹੁਤ ਰਿਸ਼ੀ ਅਸ਼ਟਾਵਕਰ ਨੇ ਲਿਖੀ, ਉਹ ਵੀ ਬਹੁਤ ਮਹਾਨ ਰਚਨਾ ਹੈ। ਸੋ ਗੀਤਾ ਜਿਹੜੀ ਉਹ ਮਹਾਭਾਰਤ ਦਾ ਹਿੱਸਾ ਹੈ, ਜਿਹੜੀ ਵੇਦ ਵਿਆਸ ਦੇ ਵੱਲੋਂ ਜਿਸ ਦੀ ਰਚਨਾ ਕੀਤੀ ਗਈ। ਉਸ ਦੇ ਵਿੱਚ ਭਾਮ ਸਾਹਿਬ ਜਿਹੜੀ ਗੀਤਾ ਦੀ ਸ਼ੁਰੂਆਤ ਹੁੰਦੀ ਹੈ ਜੀ, ਸ਼ੁਰੂਆਤ ਵੈਸੇ ਤਾਂ ਵਿਸ਼ਾ ਐਡਾ ਵੱਡਾ ਹੈ ਕਿ ਇਹਨੂੰ ਮਤਲਬ ਥੋੜੇ ਸਮੇਂ ਦੇ ਵਿੱਚ ਨਹੀਂ ਇਸ ਨਾਲ ਪੂਰਾ ਇਨਸਾਫ ਕੀਤਾ ਜਾ ਸਕਦਾ, ਪਰ ਜਿਹੜੀ ਗੀਤਾ ਦੀ ਸ਼ੁਰੂਆਤ ਹੈ ਉਹ ਇੱਕ ਬੰਦੇ ਦੀ, ਅੰਨੇ ਬੰਦੇ ਦੀ ਜਗਿਆਸਾ ਜਾਂ ਅੰਨੇ ਬੰਦੇ ਦੀ ਕਾਮਨਾ ਤੋਂ ਉਸ ਦੀ ਸ਼ੁਰੂਆਤ ਹੁੰਦੀ ਹੈ ਜੀ। ਕਿਉਂਕਿ ਜਦੋਂ ਦੇਖੋ ਮਹਾਭਾਰਤ 'ਚ ਜਿਹੜੇ ਪਾਂਡਵ ਤੇ ਕੌਰਵ ਜਿਹੜੀਆਂ ਫੌਜਾਂ ਨੇ ਉਹ ਕੁਰੂਕਸ਼ੇਤਰ ਵੱਲ ਜਦ ਉਹ ਕੂਚ ਕਰ ਗਏ, ਉੱਥੇ ਜੰਗ ਦੇ ਮੈਦਾਨ ਦੇ ਵਿੱਚ ਆ ਕੇ ਆਮੋ ਸਾਹਮਣੇ ਖੜ ਗਏ ਜੀ, ਉਸ ਦੇ ਪਿੱਛੇ ਬਹੁਤ ਵੱਡੀ ਕਹਾਣੀ ਸੀ। ਉਸ ਵੇਲੇ ਜਿਹੜਾ ਧ੍ਰਿਤਰਾਸ਼ਟਰ ਹੈ, ਜਿਹੜਾ ਕੌਰਵਾਂ ਦਾ ਬਾਪ, ਉਹ ਅੰਨਾ ਹੈ, ਪਰ ਉਸ ਦੀ ਜਿਹੜੀ ਕਾਮਨਾ ਹੈ ਉਹ ਅੰਨੀ ਨਹੀਂ ਜੀ। ਸੋ ਇਸ ਤੋਂ ਜਿਹੜਾ ਭਾਮ ਸਾਹਿਬ ਇੱਕ ਸੋਚ, ਇੱਕ ਸਕੂਲ ਆਫ ਥਾਟ ਜਿਹੀ ਸੀ ਜਿਹੜੀ ਕਹਿੰਦੀ ਸੀ ਕਿ ਮਾੜਾ ਦੇਖੋ ਹੀ ਨਾ ਜੀ, ਮਾੜਾ ਸੁਣੋ ਹੀ ਨਾ। ਉਸ ਦੇ ਨਾਲ ਸ਼ਾਇਦ ਜੇ ਤੁਸੀਂ ਤੁਹਾਡੀ ਕਾਮਨਾ ਜਿਹੜੀ ਹੈ ਉਹ ਖਤਮ ਹੋ ਜੂ ਮਨ ਦੇ ਵਿੱਚ ਉੱਠਣੀ। ਅਸੀਂ ਇਹ ਵੀ ਪੜ੍ਹਦੇ ਹਾਂ ਵੀ ਸੂਰਦਾਸ ਨੇ ਆਪਣੀਆਂ ਅੱਖਾਂ ਫੋੜ ਲੀਆਂ ਜੀ, ਬਈ ਮੇਰੇ ਮਨ ਦੇ ਵਿੱਚ ਕਾਮਨਾ ਨਾ ਉੱਠੇ ਇੱਕ ਜਿਹੜੀ ਵੈਸ਼ਾ ਹੈ ਉਸ ਨੂੰ ਦੇਖ ਕੇ। ਪਰ ਹੁਣ ਦੇਖੋ ਇਹ ਤੋਂ ਇਹ ਗੱਲ ਸਿੱਧ ਹੁੰਦੀ ਹੈ ਵੀ ਜਿਹੜੀਆਂ ਅੱਖਾਂ ਨੇ ਜਾਂ ਜਿਹੜੇ ਗਿਆਨ ਇੰਦਰੇ ਨੇ, ਕਾਮਨਾ ਉਹਨਾਂ ਦੇ ਵਿੱਚੋਂ ਪੈਦਾ ਨਹੀਂ ਹੁੰਦੀ। ਹੁਣ ਧ੍ਰਿਤਰਾਸ਼ਟਰ ਤਾਂ ਅੰਨਾ ਹੈ, ਬਿਲਕੁਲ ਉਸ ਦੇ ਮਨ ਦੇ ਵਿੱਚ ਕਾਮਨਾ ਹੈ ਜਿਹੜੀ ਉਸ ਦੇ ਮਨ ਦੇ ਵਿੱਚ ਜਿਹੜੀ ਸਿੰਘਾਸਨ ਤੇ ਬੈਠੇ ਰਹਿਣ ਦੀ, ਕਿ ਮੇਰੇ ਤੋਂ ਬਾਅਦ ਮੇਰਾ ਪੁੱਤ ਜਿਹੜਾ ਹੈ ਉਹ ਸਿੰਘਾਸਨ ਤੇ ਬੈਠੇ, ਉਸ ਨੂੰ ਗੱਦੀ ਮਿਲੇ, ਉਹ ਕਾਮਨਾ ਉਹਦੇ ਮਨ ਦੇ ਵਿੱਚ ਹੈ। ਉਹ ਕਾਮਨਾ ਬਸ ਹੋ ਕੇ ਜਿਹੜਾ ਸੰਜੇ ਉਹਦਾ ਸਾਰਥੀ ਹੈ ਉਸ ਨੂੰ ਆਖਦਾ ਹੈ, ਜਿਹੜਾ ਕਿ ਗੀਤਾ ਦਾ ਪਹਿਲਾ ਕਥਨ ਉਹ ਉੱਥੋਂ ਸ਼ੁਰੂ ਹੁੰਦਾ ਹੈ ਜੀ। ਸੰਜੇ ਦੇ ਕੋਲ ਦਿਵਯ ਦ੍ਰਿਸ਼ਟੀ ਹੈ, ਉਹ ਦੇਖ ਸਕਦਾ ਹੈ ਵੀ ਕੁਰੂਕਸ਼ੇਤਰ ਦੇ ਵਿੱਚ ਕੀ ਹੋ ਰਿਹਾ ਹੈ। ਉਹ ਸੰਜੇ ਨੂੰ ਆਖਦਾ ਹੈ ਕਿ ਯੁੱਧ ਦੀ ਇੱਛਾ ਦੇ ਨਾਲ ਕੁਰੂਕਸ਼ੇਤਰ ਦੇ ਵਿੱਚ ਇਕੱਠੇ ਹੋਏ ਮੇਰੇ ਪੁੱਤਾਂ ਤੇ ਪਾਂਡੂ ਦੇ ਪੁੱਤਾਂ ਨੇ ਕੀ ਕੀਤਾ ਮੈਨੂੰ ਦੇਖ ਕੇ ਦੱਸ। ਸੋ ਗੀਤਾ ਇੱਥੋਂ ਸ਼ੁਰੂਆਤ ਹੁੰਦੀ ਹੈ ਜੀ, ਇੱਕ ਅੰਨੇ ਬੰਦੇ ਦੀ ਜਗਿਆਸਾ ਤੋਂ, ਕਾਮਨਾ ਤੋਂ ਗੀਤਾ ਦੀ ਸ਼ੁਰੂਆਤ ਹੁੰਦੀ ਹੈ। ਉਹ ਕਿਸੇ ਦੀ ਅੱਖਾਂ ਨਾਲ ਵੇਖ ਰਿਹਾ ਹੈ ਜੀ। ਜੇ ਸ਼ਾਇਦ ਉਹ ਉਸ ਵੇਲੇ ਉਸ ਦੇ ਮਨ ਦੇ ਵਿੱਚ ਕਾਮਨਾ ਨਾ ਉੱਠਦੀ ਜਾਂ ਉਹ ਸੰਜੇ ਨੂੰ ਨਾ ਦੇਖਣ ਨੂੰ ਕਹਿੰਦਾ, ਤਾਂ ਹੋ ਸਕਦਾ ਜਿਹੜਾ ਸੰਸਾਰ ਹੈ ਉਹ ਗੀਤਾ ਦੇ ਗਿਆਨ ਤੋਂ ਮਹਿਰੂਮ ਰਹਿ ਜਾਂਦਾ ਜੀ। ਸੋ ਇਹ ਭਾਮ ਸਾਹਿਬ ਜਿੱਥੋਂ ਸ਼ੁਰੂਆਤ ਗੀਤਾ ਦੀ ਹੁੰਦੀ ਹੈ ਤੇ ਇੱਕ ਬੜਾ ਇੱਕ ਛੁਪਿਆ ਹੋਇਆ ਉਹਦੇ ਵਿੱਚ ਮੈਸੇਜ ਵੀ ਸਾਡੇ ਸਭ ਦੇ ਲਈ ਹੈ। ਫਿਰ ਜਦੋਂ ਸੰਜੇ ਦੇਖਦਾ ਹੈ ਉਹ ਉਹਨੂੰ ਦੱਸਦਾ ਹੈ, ਆਪਣੇ ਰਾਜੇ ਨੂੰ ਦੱਸਦਾ ਹੈ ਕਿ ਜਿਹੜੇ ਕੁਰੂਕਸ਼ੇਤਰ ਦੇ ਵਿੱਚ ਜਿਹੜੀਆਂ ਦੋਨੇ ਫੌਜਾਂ ਨੇ ਉਹ ਸਾਹਮਣੇ ਖੜੀਆਂ ਨੇ ਤੇ ਜਿਹੜੇ ਸ਼੍ਰੀ ਕ੍ਰਿਸ਼ਨ ਨੇ ਉਹ ਅਰਜੁਨ ਦੇ ਸਾਰਥੀ ਨੇ, ਉਹ ਉਸ ਦਾ ਰਥ ਨੂੰ ਹੱਕ ਰਹੇ ਨੇ। ਤੇ ਅਰਜੁਨ ਕੀ ਕਹਿੰਦਾ ਹੈ, ਉਸ ਦੀ ਜਿਹੜੀ ਮਨੋ ਸਥਿਤੀ ਹੈ ਉਹ ਬੜੀ ਡਾਵਾਂਡੋਲ ਹੋਈ ਹੈ। ਹੁਣ ਉਹ ਸ਼੍ਰੀ ਕ੍ਰਿਸ਼ਨ ਨੂੰ ਕਹਿੰਦਾ ਹੈ ਕਿ ਜਿਹੜਾ ਮੇਰਾ ਰਥ ਹੈ ਉਸ ਨੂੰ ਹੱਕ ਕੇ ਤੁਸੀਂ ਜਿਹੜੇ ਦੋਨੇ ਫੌਜਾਂ ਦੇ ਦਰਮਿਆਨ ਲੈ ਚੱਲੋ, ਵਿਚਾਲੇ ਲੈ ਚੱਲੋ, ਜਿੱਥੇ ਮੈਂ ਦੋਨੇ ਫੌਜਾਂ ਨੂੰ ਦੇਖ ਸਕਾਂ। ਹੁਣ ਭਾਮ ਸਾਹਿਬ ਜਿਹੜਾ ਵਿੱਚ ਵਿਚਾਲੇ ਇਹ ਹੋਰ ਦੇਖੋ ਬੜਾ ਵੱਡਾ ਇਹ ਇੱਕ ਸਿੰਬਲਿਜ਼ਮ ਹੈ ਵੀ ਮੇਰੇ ਰਥ ਨੂੰ ਦੋਨੇ ਫੌਜਾਂ ਦੇ ਵਿਚਾਲੇ ਲੈ ਜਾਓ। ਇਹ ਉਹਦੀ ਜਿਹੜੀ ਦੁਬਿਧਾ ਦੇ ਵਿੱਚ ਫਸੀ ਹੋਈ ਮਾਨਸਿਕਤਾ ਹੈ ਉਸ ਨੂੰ ਦਰਸਾਉਂਦਾ ਹੈ, ਜਿਹੜਾ ਉਹਦੇ ਮਨ ਦੇ ਵਿੱਚ ਜਿਹੜੇ ਸ਼ੰਕੇ ਪੈਦਾ ਹੋਏ ਨੇ ਉਹਨਾਂ ਨੂੰ ਦਰਸਾਉਂਦਾ ਹੈ ਕਿ ਉਹ ਦਰਮਿਆਨ, ਉਹ ਵਿੱਚ ਵਿਚਾਲੇ ਖੜਾ ਹੈ। ਉਹ ਹਜੇ ਫੈਸਲਾ ਨਹੀਂ ਕਰਨਾ ਚਾਹੁੰਦਾ, ਉਹ ਹਜੇ ਜਿਹੜਾ ਆਪਣਾ ਮਾਰਗ ਹੈ ਉਹ ਚੁਣਨਾ ਨਹੀਂ ਚਾਹੁੰਦਾ, ਉਹ ਵਿੱਚ ਵਿਚਾਲੇ ਖੜ ਕੇ ਉਹ ਦੇਖਣਾ ਚਾਹੁੰਦਾ ਹੈ ਆਪਣੇ ਜਿਹੜੇ ਮਨ ਦੀਆਂ ਦੁਵਿਧਾਵਾਂ ਨੇ, ਜਿਹੜੇ ਮਨ ਦੇ ਉਹਦੇ ਸ਼ੰਕੇ ਨੇ
ਉਹਨਾਂ ਨੂੰ ਉਹ ਦੂਰ ਕਰਨਾ ਚਾਹੁੰਦਾ ਹੈ। ਤੇ ਜਿਹੜੇ ਸ਼੍ਰੀ ਕ੍ਰਿਸ਼ਨ ਹੈ, ਅਰਜੁਨ ਦੀ ਗੱਲ ਸੁਣ ਕੇ ਉਹ ਜਿਹੜੇ ਰਥ ਹੈ ਉਸ ਨੂੰ ਦੋਨਾਂ ਫੌਜਾਂ ਦੇ ਦਰਮਿਆਨ ਲਿਜਾ ਕੇ ਉੱਥੇ ਖੜਾ ਕਰ ਦਿੰਦੇ ਨੇ। ਜੀ ਦਿਲ ਸਾਹਿਬ, ਫਿਰ ਜਦੋਂ ਤੁਸੀਂ ਗੱਲ ਦੱਸ ਰਹੇ ਸੀ ਕਿ ਕਿਵੇਂ ਉਹਨਾਂ ਨੇ ਜਿਹੜਾ ਰਥ ਹੈ ਉਹ ਦੋਨਾਂ ਫੌਜਾਂ ਦੇ ਵਿਚਾਲੇ ਲਿਆ ਖੜਾ ਕੀਤਾ, ਉੱਥੇ ਫਿਰ ਸਵਾਲ ਜਵਾਬ ਹੁੰਦੇ ਆ ਜੀ। ਉਹ ਕਿਸ ਤਰ੍ਹਾਂ ਦੇ ਸਵਾਲ ਜਵਾਬ ਜਿਹੜੇ ਅਰਜੁਨ ਵੱਲੋਂ ਕੀਤੇ ਜਾਂਦੇ ਆ ਜੀ? ਭਾਮ ਸਾਹਿਬ, ਜਦੋਂ ਅਰਜੁਨ ਦੇਖਦਾ ਹੈ ਜੀ ਰਥ ਵਿਚਾਲੇ ਜਾਂਦਾ ਹੈ ਜੀ ਯੁੱਧ ਭੂਮੀ ਦੇ, ਤਾਂ ਉਹ ਸਾਹਮਣੇ ਦੇਖਦਾ ਹੈ ਕਿ ਕੌਰਵਾਂ ਦੀ ਫੌਜ ਦੇ ਵਿੱਚ ਕੋਈ ਉਸਦਾ ਦਾਦਾ ਹੈ, ਕੋਈ ਉਸਦਾ ਤਾਇਆ ਹੈ, ਕੋਈ ਚਾਚਾ ਹੈ, ਕੋਈ ਉਸਦਾ ਭਰਾ ਹੈ, ਕੋਈ ਭਤੀਜਾ ਹੈ, ਜਿਹੜੇ ਸਭ ਹਥਿਆਰ ਚੱਕੀ ਉਸਦੇ ਖਿਲਾਫ ਯੁੱਧ ਕਰਨ ਲਈ ਖੜੇ ਨੇ। ਤੇ ਉਹ ਖੁਦ ਹਥਿਆਰ ਲੈ ਕੇ, ਸ਼ਸਤਰ ਤੇ ਲੈ ਕੇ, ਫੌਜ ਲੈ ਕੇ ਉਹਨਾਂ ਦੇ ਨਾਲ ਯੁੱਧ ਕਰਨ ਲਈ, ਉਹਨਾਂ ਦਾ ਲਹੂ ਵਹਾਉਣ ਦੇ ਲਈ ਉੱਥੇ ਤਿਆਰ ਹੋ ਕੇ ਖੜਾ ਹੈ। ਤਾਂ ਉਸਦੇ ਮਨ ਦੇ ਵਿੱਚ ਜਿਹੜਾ ਜੋ ਗੀਤਾ ਦੇ ਵਿੱਚ ਲਿਖਿਆ ਹੈ, ਜੋ ਅਰਜੁਨ ਆਖਦਾ ਹੈ ਆਪਣੇ ਮੂੰਹੋਂ ਜੋ ਸ਼ਬਦ ਕਿ ਇੰਦਰੀਆਂ ਨੂੰ ਸੁਕਾ ਦੇਣ ਵਾਲਾ ਸ਼ੌਕ ਜਿਹੜਾ ਹੈ ਉਹ ਪੈਦਾ ਹੋ ਜਾਂਦਾ ਹੈ। ਉਹ ਕ੍ਰਿਸ਼ਨ ਨੂੰ ਆਖਦਾ ਹੈ ਕਿ ਮੈਂ ਅਜਿਹਾ ਜਿਹੜਾ ਲਹੂ ਲੁਹਾਨ ਕਰਮ ਹੈ ਉਹ ਕਿਉਂ ਕਰਾਂ, ਆਪਣੇ ਸਕੇ ਸੰਬੰਧੀਆਂ ਦਾ ਜਿਹੜਾ ਵੱਧ ਕਰਕੇ, ਉਹਨਾਂ ਦਾ ਕਤਲ ਕਰਕੇ ਹਾਸਲ ਕੀਤੇ ਹੋਏ ਰਾਜ ਦੇ ਨਾਲੋਂ ਚੰਗਾ ਹੈ ਤਾਂ ਜਿਹੜੀ ਮੈਂ ਭਿੱਖਿਆ ਮੰਗ ਕੇ ਸੰਨਿਆਸ ਲੈ ਲਵਾਂ ਤੇ ਭਿੱਖਿਆ ਮੰਗ ਕੇ ਜਿਹੜੀ ਉਹ ਰੋਟੀ ਖਾਵਾਂ। ਸੋ ਇਹਨਾਂ ਜਿਹੜੀਆਂ ਨਕਾਰਾਤਮਕ ਗੱਲਾਂ ਕਰਦੇ ਹੋਏ ਉਹ ਆਪਣਾ ਸ਼ੌਕ ਜ਼ਾਹਰ ਕਰਦੇ ਹੋਏ ਜਿਹੜਾ ਆਪਣਾ ਧਨੁਸ਼ ਹੈ ਉਹ ਥੱਲੇ ਰੱਖ ਦਿੰਦਾ ਹੈ। ਤੇ ਜਿਹੜੇ ਇੱਕ ਬੜੇ ਹੀ ਮਸ਼ਹੂਰ ਸ਼ਬਦ ਨੇ ਉਹ ਕ੍ਰਿਸ਼ਨ ਨੂੰ ਆਖਦਾ ਹੈ ਕਿ ਨਾਯੋਤ ਸੇ ਗੋਵਿੰਦਮ, ਨਾਯੋਤ ਸੇ ਗੋਵਿੰਦਮ, ਨਾਯੋਤ ਸੇ ਗੋਵਿੰਦਮ, ਸੰਸਕ੍ਰਿਤ ਦੇ ਵਿੱਚ, ਜਿਸ ਦਾ ਅਰਥ ਹੈ ਕਿ ਮੈਂ ਨਹੀਂ ਕਰ ਸਕਦਾ, ਮੈਂ ਨਹੀਂ ਕਰ ਸਕਦਾ, ਮੈਂ ਨਹੀਂ ਕਰ ਸਕਦਾ, ਤੇ ਹਥਿਆਰ ਆਪਣੇ ਸਿੱਟ ਦਿੰਦਾ ਹੈ। ਉਸ ਵੇਲੇ ਜਿਹੜਾ ਧ੍ਰਿਤਰਾਸ਼ਟਰ ਸੰਜੇ ਧ੍ਰਿਤਰਾਸ਼ਟਰ ਨੂੰ ਦੱਸਦਾ ਹੈ ਬਈ ਅਰਜੁਨ ਨੇ ਆਪਣਾ ਜਿਹੜਾ ਹੈ ਸ਼ਸਤਰ ਜਿਹੜੇ ਉਹ ਥੱਲੇ ਰੱਖ ਦਿੱਤੇ, ਤੇ ਉਹ ਬੜਾ ਖੁਸ਼ ਹੋ ਜਾਂਦਾ ਹੈ ਕਿ ਹੁਣ ਯੁੱਧ ਨਹੀਂ ਹੋਊਗਾ, ਵੀ ਹੁਣ ਤਾਂ ਜੇ ਅਰਜੁਨ ਯੁੱਧ ਤੋਂ ਬਾਹਰ ਹੋ ਗਿਆ ਤਾਂ ਹੁਣ ਯੁੱਧ ਹੋਊਗਾ ਹੀ ਨਹੀਂ, ਤੇ ਮੇਰੇ ਜਿਹੜੇ ਪੁੱਤ ਹੈ ਉਹ ਜੇਤੂ ਹੋ ਜਾਣਗੇ। ਸ਼੍ਰੀ ਕ੍ਰਿਸ਼ਨ ਦੇਖੋ ਅਰਜੁਨ ਦੀਆਂ ਸਾਰੀਆਂ ਗੱਲਾਂ ਨੇ ਜਿਹੜੇ ਉਹ ਕਰਦਾ ਰਹਿੰਦਾ, ਉਹ ਬੜੇ ਠਰਮੇ ਦੇ ਨਾਲ ਸੁਣਦੇ। ਭਾਮ ਸਾਹਿਬ, ਜਿਹੜਾ ਸਰੋਤਾ ਹੈ ਉਹਦਾ ਇੱਕ ਬੜਾ ਵੱਡਾ ਗੁਣ ਹੁੰਦਾ ਜੀ। ਸਰੋਤਾ, ਚੰਗਾ ਸਰੋਤਾ ਉਹੀ ਹੈ ਜਿਹੜਾ ਬੋਲਣ ਵਾਲੇ ਨੂੰ ਨਿਚੋੜ ਲਵੇ ਜੀ। ਉਹ ਉਦੋਂ ਤੱਕ ਆਪਣਾ ਮੂੰਹ ਨਾ ਖੋਲੇ ਜਦੋਂ ਤੱਕ ਉਹਨੇ ਪੂਰੀ ਗੱਲ ਜਿਹੜੀ ਹੈ ਬੋਲਣ ਵਾਲੇ ਦੀ, ਵਕਤਾ ਦੀ, ਉਹ ਸੁਣਨ ਲਈ। ਸ਼੍ਰੀ ਕ੍ਰਿਸ਼ਨ ਵੀ ਚਲੋ ਉਹ ਤਾਂ ਸੀ ਮਹਾਨ, ਉਹਨਾਂ ਨੇ ਉਸਨੂੰ ਪੂਰੀ ਗੱਲ ਅਰਜੁਨ ਦੀ ਸੁਣੀ। ਜਦ ਉਸਨੇ ਸਾਰੀਆਂ ਗੱਲਾਂ ਆਖ ਦਿੱਤੀਆਂ ਕਿ ਮੈਂ ਪਾਪ ਕਿਉਂ ਕਰਾਂ, ਸਕੇ ਸੰਬੰਧੀਆਂ ਨੂੰ ਮਾਰਨਾ ਪਾਪ ਹੈ, ਇਹਦੇ ਨਾਲ ਜਿਹੜਾ ਹਾਸਲ ਕੀਤਾ ਹੋਇਆ ਰਾਜ ਹੈ ਉਹਦਾ ਕੋਈ ਅਰਥ ਨਹੀਂ, ਮੈਂ ਮੰਗ ਕੇ ਖਾ ਲਵਾਂ, ਇਦੋਂ ਚੰਗਾ। ਜਦ ਸਾਰੀਆਂ ਗੱਲਾਂ ਕਰਕੇ ਉਹ ਹਥਿਆਰ ਸਿੱਟ ਦਿੰਦਾ। ਫਿਰ ਸ਼੍ਰੀ ਕ੍ਰਿਸ਼ਨ ਜਿਹੜਾ ਹੈ ਉਹ ਬੋਲਦੇ ਨੇ ਤੇ ਉਹਨੂੰ ਆਖਦੇ ਨੇ ਕਿ ਸਿੱਧੇ ਕਰੜੇ ਸ਼ਬਦਾਂ ਦੇ ਵਿੱਚ ਉਸਦੀ ਜਿਹੜੀ ਹੈ ਉਹ ਨਿੰਦਾ ਕਰਦੇ ਨੇ, ਉਸਦੇ ਵਿਚਾਰਾਂ ਦੀ ਜੀ। ਉਹ ਆਖਦੇ ਨੇ ਕਿ ਇਹ ਜਿਹੜੇ ਨਪੁੰਸਕਾਂ ਵਾਲੇ ਸ਼ਬਦ, ਜਿਹੜੇ ਨਪੁੰਸਕਾਂ ਵਾਲੇ ਅਨਾਰੇ ਵਿਚਾਰ ਤੇਰੇ ਮਨ ਦੇ ਵਿੱਚ ਆਏ ਨੇ, ਤੈਨੂੰ ਤਾਂ ਕੀਰਤੀ ਤੋਂ ਥੱਲੇ ਸਿੱਟਣਗੇ ਹੀ, ਤੇਰੀ ਬਦਨਾਮੀ ਤਾਂ ਕਰਵਾਉਣਗੇ ਹੀ। ਜਿਹੜਾ ਤੇਰਾ ਕੁਲ ਹੈ ਇਹ ਉਹਦੇ ਨਾਮ ਨੂੰ ਵੀ ਇਹ ਵੱਟਾ ਲਾਉਣਗੇ ਜੀ। ਉਹ ਕ੍ਰਿਸ਼ਨ ਆਖਦੇ ਨੇ ਜਿਹੜਾ ਉਸਦੇ ਸ਼ੋਕ ਦਾ ਨਿਵਾਰਨ ਕਰਨ ਦੇ ਲਈ, ਜਿਹੜਾ ਮੋਹ ਚੋਂ ਪੈਦਾ ਹੋਇਆ ਵੀ ਜਿਹੜਾ ਮੇਰਾ ਦਾਦਾ ਹੈ ਜਿਹਨੇ ਮੈਨੂੰ ਖੜਾਇਆ ਮੋਢਿਆਂ ਤੇ, ਅੱਜ ਮੈਂ ਉਹਦੇ ਨਾਲ ਜੰਗ ਕਿੱਦਾਂ ਕਰ ਸਕਦਾ ਜੀ, ਉਸਦੇ ਪ੍ਰਾਣ ਕਿਵੇਂ ਲੈ ਸਕਦਾ। ਤਾਂ ਕ੍ਰਿਸ਼ਨ ਉਸ ਨੂੰ ਆਖਦੇ ਨੇ ਕਿ ਜਿਹੜਾ ਤੇਰੇ ਮਨ ਦੇ ਵਿੱਚ ਸ਼ੋਕ ਪੈਦਾ ਹੋਇਆ ਹੈ ਇਹ ਅਗਿਆਨਤਾ ਦੇ ਕਾਰਨ ਪੈਦਾ ਹੋਇਆ ਹੈ। ਉਹ ਆਖਦੇ ਆ ਤੂੰ ਉਹਨਾਂ ਦੇ ਲਈ ਸ਼ੋਕ ਕਰ ਰਿਹਾ ਹੈ ਜਿਹੜੇ ਸ਼ੋਕ ਕਰਨ ਯੋਗ ਹੈ ਹੀ ਨਹੀਂ। ਉਹ ਬੜਾ ਹੈਰਾਨ ਹੁੰਦਾ ਹੈ ਅਰਜੁਨ ਵੀ ਸ਼ੋਕ ਕਰਨ ਯੋਗ ਕਿਉਂ ਨਹੀਂ, ਵੀ ਮੇਰਾ ਦਾਦਾ ਹੈ। ਤਾਂ ਉਹ ਆਖਦੇ ਹੈ ਕਿ ਕੋਈ ਅਜਿਹਾ ਸਮਾਂ ਨਹੀਂ ਸੀ ਜਦੋਂ ਮੈਂ ਨਹੀਂ ਸੀ, ਜਾਂ ਤੂੰ ਨਹੀਂ ਸੀ, ਜਾਂ ਤੇਰੇ ਸਾਰੇ ਸਕੇ ਸੰਬੰਧੀ ਨਹੀਂ ਸੀ। ਉਹ ਆਤਮਾ ਦੇ ਅਮਰ ਹੋਣ ਦਾ ਜਿਹੜਾ ਪਾਠ ਹੈ ਸਭ ਤੋਂ ਪਹਿਲਾਂ ਉਸ ਦਾ ਸ਼ੋਕ ਦੂਰ ਕਰਨ ਦੇ ਲਈ, ਉਸਦੇ ਮਨ ਦੇ ਵਿੱਚੋਂ ਜਿਹੜਾ ਹੈ ਉਹ ਦੁੱਖ ਜਿਹੜਾ ਪੈਦਾ ਹੋਇਆ ਹੈ, ਵਿਰਾਗ,
ਉਸ ਨੂੰ ਦੂਰ ਕਰਨ ਦੇ ਲਈ ਜਿਹੜੇ ਆਤਮਾ ਦੀ ਜਿਹੜੀ ਅੰਮ੍ਰਿਤ ਦਾ ਜਿਹੜਾ ਰਹੱਸ ਹੈ ਉਹ ਉਸ ਨੂੰ ਸਮਝਾਉਂਦੇ ਨੇ। ਉਹ ਆਖਦੇ ਨੇ, ਜਿਸ ਤਰ੍ਹਾਂ ਲਿਖਿਆ ਹੈ ਹੋਰ ਧਰਮ ਗ੍ਰੰਥਾਂ ਦੇ, ਉਪਨਿਸ਼ਦ ਦੇ ਵਿੱਚ ਵੀ ਲਿਖਿਆ ਹੈ, ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਕਿ ਜਿਹੜਾ ਆਤਮਾ ਹੈ ਉਹ ਅਮਰ ਹੈ, ਉਹ ਅਜਨਮ ਹੈ, ਨਾ ਉਹ ਜੰਮਦਾ ਹੈ ਤੇ ਨਾ ਉਹ ਮਰਦਾ ਹੈ। ਉਹ ਰੂਪ, ਆਪਣੇ ਰੂਪ ਬਦਲਦਾ ਹੈ, ਬਸ ਜਿਹੜਾ ਉਹ ਵਸਤਰ ਬਦਲਦਾ ਹੈ ਜੀ। ਤਾਂ ਉਹ ਕਹਿੰਦੇ ਨੇ ਜਿਹੜੇ ਸਰੀਰ ਨੇ, ਜਿਹਨੂੰ ਤੂੰ ਆਪਣਾ ਦਾਦਾ ਕਹਿ ਰਿਹਾ, ਆਪਣਾ ਭਤੀਜਾ ਕਹਿ ਰਿਹਾ, ਆਪਣਾ ਭਰਾ ਕਹਿ ਰਿਹਾ, ਇਹ ਸਿਰਫ ਸਰੀਰ ਨੇ। ਇਹ ਆਤਮਾ ਕਰਕੇ ਇਹ ਕਦੇ ਕਿਸੇ ਦੇ ਦਾਦੇ ਸੀ, ਕਦੇ ਕਿਸੇ ਦੇ ਪੋਤੇ ਸੀ, ਕਦੇ ਕੁਛ ਸੀ, ਕਦੇ ਕੁਛ ਸੀ। ਸੋ ਤੂੰ ਕੱਪੜੇ ਦਾ ਜਿਹੜਾ ਸ਼ੌਕ ਕਰ ਰਿਹਾ, ਜਿਹੜੀ ਮ੍ਰਿਤਿੂ ਹੈ, ਜਿਹੜੀ ਮੌਤ ਹੈ, ਉਹ ਜਰਨੀ ਦਾ ਐਂਡ ਨਹੀਂ, ਉਹ ਜਿਹੜਾ ਸਫ਼ਰ ਹੈ ਉਸ ਦਾ ਅੰਤ ਨਹੀਂ, ਉਹ ਸਫ਼ਰ ਦਾ ਇੱਕ ਪੜਾਵ ਹੈ ਜਿੱਥੋਂ ਜਿਹੜੀ ਜੀਵ ਆਤਮਾ ਹੈ ਉਹ ਅੱਗੇ ਆਪਣੀ ਜਰਨੀ ਦੇ ਉੱਤੇ ਚਲੀ ਜਾਂਦੀ ਹੈ, ਇਸ ਕੱਪੜੇ ਨੂੰ ਤਿਆਗ ਕੇ ਅਗਲੇ ਪੜਾਅ ਤੇ ਚਲੀ ਜਾਂਦੀ ਹੈ। ਸੋ ਇਹ ਗੱਲ ਸਮਝਾ ਕੇ ਉਸ ਨੂੰ ਸਾਰਾ ਉਹਦੇ ਮਨ ਦੇ ਵਿੱਚੋਂ ਸ਼ੰਕਾ ਦੂਰ ਕਰਦੇ ਹੈ। ਜਦ ਉਸਦੇ ਮਨ ਦੇ ਵਿੱਚੋਂ ਭਾਮ ਸਾਹਿਬ ਇਸ ਚੀਜ਼ ਦੀ ਸ਼ੰਕਾ ਦੂਰ ਹੁੰਦੀ ਹੈ, ਫਿਰ ਉਹਨੂੰ ਜਿਹੜਾ ਕਰਮ ਦਾ ਸਿਧਾਂਤ, ਗੀਤਾ ਦਾ ਜਿਹੜਾ ਇੱਕ ਬਹੁਤ ਮਹੱਤਵਪੂਰਨ ਜਿਹੜਾ ਲੈਸਨ ਹੈ, ਉਹ ਕਰਮ ਸਿਧਾਂਤ ਹੈ ਜੀ। ਵੈਸੇ ਤਾਂ ਉਹਦੇ ਵਿੱਚ ਕਈ ਸਾਰੇ ਮਾਰਗ, ਗਿਆਨ ਮਾਰਗ, ਕਰਮ ਮਾਰਗ, ਭਗਤੀ ਮਾਰਗ ਸਾਰੇ ਦੱਸੇ ਗਏ ਨੇ ਜੀ। ਪਰ ਗੀਤਾ ਦੇ ਵਿੱਚ ਉਹਨਾਂ ਨੇ ਜਿਹੜਾ ਨਿਸ਼ਕਾਮ ਕਰਮ ਦਾ ਜਿਹੜਾ ਸਿਧਾਂਤ ਹੈ ਉਹ ਸੰਸਾਰ ਨੂੰ ਦਿੱਤਾ ਹੈ, ਜਿਸ ਦੇ ਵਿੱਚ ਅਰਜੁਨ ਨੂੰ ਸਮਝਾਇਆ ਕਿ ਜਿਹੜਾ ਕਰਮ ਹੈ ਉਹ ਤੇਰੇ ਹੱਥ ਵਿੱਚ ਹੈ, ਜਿਹੜਾ ਕਰਮ ਫਲ ਹੈ ਉਸ ਤੇ ਤੇਰਾ ਕੋਈ ਅਧਿਕਾਰ ਨਹੀਂ, ਤੇ ਜਿਹੜਾ ਨਿਸ਼ਕਾਮ ਹੋ ਕੇ ਕੀਤਾ ਗਿਆ ਕਰਮ ਹੈ ਉਹ ਉਹੀ ਅੱਛਾ ਕਰਮ ਹੈ, ਉਹੀ ਚੰਗਾ ਕਰਮ ਹੈ, ਉਹੀ ਸਮਾਜ ਦੇ ਹਿੱਤ ਵਿੱਚ ਹੈ, ਉਹੀ ਮੁਕਤੀ ਦਾ ਮਾਰਗ ਹੈ। ਨਿਸ਼ਕਾਮ ਕਰਮ ਉਹ ਹੈ ਜਿਹੜਾ ਗੀਤਾ ਹੈ ਭਾਮ ਸਾਹਿਬ, ਜਿਹੜਾ ਗਿਆਨ ਮਾਰਗ ਹੈ ਉਸ ਨੂੰ ਇਹ ਸਮਝਾਇਆ। ਜਦੋਂ ਗਿਆਨ ਮਾਰਗ ਦੀ ਗੱਲ ਕਰਦੇ ਨੇ ਅਰਜੁਨ ਜਿਹੜਾ ਮੂਹਰੇ ਸਵਾਲ ਪੁੱਛਦਾ ਹੈ ਜੀ, ਜੇ ਗਿਆਨ ਹੀ ਸ੍ਰੇਸ਼ਟ ਹੈ ਤਾਂ ਤੁਸੀਂ ਮੈਨੂੰ ਇਹ ਲਹੂ ਲੁਹਾਨ ਜਿਹੜਾ ਕਰਮ ਹੈ ਉਹ ਕਿਉਂ ਕਰਵਾ ਰਹੇ ਹੋ? ਫਿਰ ਕ੍ਰਿਸ਼ਨ ਆਖਦੇ ਨੇ ਕਿ ਦੇਖ, ਮੈਂ ਤਿੰਨਾਂ ਲੋਕਾਂ ਦੇ ਵਿੱਚ ਕੋਈ ਅਜਿਹੀ ਵਸਤੂ ਨਹੀਂ ਜਿਹੜੀ ਮੈਂ ਚਾਹਾਂ ਤੇ ਨਾ ਹਾਸਲ ਕਰ ਸਕਾਂ। ਮੈਂ ਫਿਰ ਵੀ ਇੱਥੇ ਤੇਰਾ ਸਾਰਥੀ ਬਣ ਕੇ ਤੇਰਾ ਰਥ ਹੱਕ ਰਿਹਾ, ਕਿਉਂਕਿ ਦੁਨੀਆ ਮੈਨੂੰ ਦ੍ਰਿਸ਼ਟਾਂਤ ਮੰਨਦੀ ਹੈ, ਆਪਣਾ ਐਗਜ਼ਾਮਪਲ ਮੰਨਦੀ ਹੈ ਮੈਨੂੰ। ਤੇ ਜੇ ਮੈਂ ਹੀ ਕਰਮ ਤਿਆਗ ਦਿੱਤਾ ਤਾਂ ਜਿਹੜਾ ਸੰਸਾਰ ਦੇ ਵਿੱਚ ਜਿਹੜਾ ਕਰਮ ਚੱਕਰ ਹੈ, ਕਰਮ ਚੱਕਰ ਦੇ ਨਾਲ ਹੀ ਸ੍ਰਿਸ਼ਟੀ ਚੱਲ ਰਹੀ ਹੈ ਨਾ। ਤੁਸੀਂ ਇੱਥੇ ਬੈਠ ਕੇ ਆਪਣਾ ਕਰਮ ਕਰ ਰਹੇ ਹੋ, ਤੁਹਾਡੇ ਕਰਮ ਦੇ ਨਾਲ ਜਿਹੜਾ ਤੁਹਾਡੇ ਸਰੋਤੇ ਜੁੜੇ ਹੈ ਜੀ, ਉਹ ਸੁਣ ਰਹੇ ਹੈ, ਉਹ ਅੱਗੇ ਕਰ ਰਹੇ ਹੈ। ਇਹ ਸਾਰਾ ਇੱਕ ਕਰਮ ਚੱਕਰ ਹੈ, ਜਿਸ ਦੇ ਵਿੱਚ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ। ਹਰੇਕ ਦਾ ਆਪਣਾ ਆਪਣਾ ਰੋਲ ਹੈ ਉਹ 'ਚ। ਉਹ ਪੈਦਾ ਸਮਾਜ ਦੇ ਵਿੱਚ ਜਿਹੜੀ ਸ੍ਰਿਸ਼ਟੀ ਦੇ ਵਿੱਚ ਜਿਹੜੇ ਗ੍ਰਹਿ ਨੇ ਉਹ ਆਪੋ ਆਪਣਾ ਕਰਮ ਕਰ ਰਹੇ ਨੇ, ਉਹ ਘੁੰਮ। ਜੇ ਕਰਮ ਚੱਕਰ ਰੁਕ ਜਾਵੇ ਜੀ ਤਾਂ ਜਿਹੜੀ ਸ੍ਰਿਸ਼ਟੀ ਦੀ ਹੋਂਦ ਹੈ ਉਹ ਪੋਸੀਬਲ ਹੀ ਨਹੀਂ। ਸੋ ਉਹ ਕਹਿੰਦੇ ਨੇ, ਕ੍ਰਿਸ਼ਨ ਕਹਿੰਦੇ ਨੇ, ਮੈਂ ਦੇਖ, ਮੈਂ ਤੇਰਾ ਰਥ ਹੱਕ ਰਿਹਾ ਬੈਠ ਕੇ। ਜੇ ਇਹ ਮੈਂ ਕਰਮ ਕਰਨ ਦਾ ਜਿਹੜਾ ਨਿਸ਼ਕਾਮ ਕਰਮ ਕਰਨ ਦਾ ਸੁਨੇਹਾ ਜਿਹੜਾ ਹੈ ਉਹ ਸੰਸਾਰ ਨੂੰ ਦੇ ਰਿਹਾ ਤੇਰੇ ਰਥ ਦੇ ਉੱਤੇ ਬੈਠ ਕੇ। ਹਾਲਾਂਕਿ ਮੈਂ ਨਾਰਾਇਣ ਹਾਂ, ਮੇਰੇ ਲਈ ਦੁਨੀਆ ਦੇ ਵਿੱਚ ਕੋਈ ਅਜਿਹੀ ਚੀਜ਼ ਨਹੀਂ ਜਿਹੜੀ ਮੈਂ ਚਾਹਵਾਂ ਤੇ ਨਾ ਹਾਸਲ ਕਰ ਸਕਾਂ, ਨਾ ਕਰ ਸਕਾਂ। ਪਰ ਦੁਨੀਆ ਮੈਨੂੰ ਦ੍ਰਿਸ਼ਟਾਂਤ ਮੰਨ ਕੇ ਜਿਹੜਾ ਕਰਮ ਛੱਡ ਦਊਗੀ, ਕਰਮ ਦਾ ਤਿਆਗ ਕਰ ਦਊਗੀ, ਤੇ ਸ੍ਰਿਸ਼ਟੀ ਦਾ ਕਰਮ ਚੱਕਰ ਰੁਕ ਜਾਊਗਾ। ਸੋ ਇਸ ਲਈ ਉਹਨਾਂ ਨੇ ਕਿਹਾ ਕਿ ਜਿਹੜਾ ਕਰਮ ਹੈ ਜ਼ਰੂਰੀ ਹੈ, ਕਿਉਂਕਿ ਇੰਦਰੀਆਂ ਨੇ, ਚਾਹੇ ਤੁਸੀਂ ਨਾ ਵੀ ਕੁਝ ਕਰੋ, ਤੁਸੀਂ ਬੈਠ ਜਾਓ, ਸਮਾਧੀ ਲਾ ਲਓ, ਫਿਰ ਵੀ ਤੁਸੀਂ ਕਰਮ ਕਰ ਰਹੇ ਹੋ। ਜੇ ਅੱਖਾਂ ਨੇ ਤਾਂ ਉਹ ਦੇਖਣਗੀਆਂ, ਦੇਖਣਾ ਵੀ ਇੱਕ ਕਰਮ ਹੈ। ਜੇ ਕੰਨ ਨੇ ਤਾਂ ਉਹ ਸੁਣਨਗੇ। ਜੇ ਸੁਗੰਧ ਕੋਈ ਵਾਤਾਵਰਨ ਦੇ ਵਿੱਚ ਹੈ ਉਸ ਨੂੰ ਵੀ ਤੁਸੀਂ ਮਹਿਸੂਸ ਕਰੋਗੇ, ਉਹ ਵੀ ਇੱਕ ਕਰਮ ਹੈ। ਸੋ ਕਰਮ ਤੋਂ ਮੁਕਤੀ ਤਾਂ ਪਾ ਹੀ ਨਹੀਂ ਜਾ ਸਕਦੀ। ਬਿਲਕੁਲ, ਕਰਮ ਤਾਂ ਕਰਨਾ ਹੀ ਹੈ, ਪਰ ਕਰਮ ਦੇ ਵਿੱਚ ਫਰਕ ਹੈ ਜੀ। ਇੱਕ ਅਗਿਆਨੀ ਦੇ ਕਰਮ ਤੇ ਇੱਕ ਗਿਆਨੀ ਦੇ ਕਰਮ ਦੇ ਵਿੱਚ ਫਰਕ ਹੈ। ਇੱਕ ਅਗਿਆਨੀ ਦਾ ਕਰਮ ਹੈ ਜਿਹੜਾ ਲਾਲਸਾ, ਮੋਹ, ਮਾਇਆ ਦੇ ਬਸ ਵਿੱਚ ਹੈ, ਜਿਹੜਾ ਕਰਮ ਫਲ ਨੂੰ ਮੂਹਰੇ ਰੱਖ ਕੇ ਕੀਤਾ ਜਾਂਦਾ ਹੈ, ਤੇ ਕਰਮ ਫਲ ਦੇ ਉੱਤੇ ਜਿਸ ਦੇ ਉੱਤੇ ਕਿਸੇ ਦਾ ਕੋਈ ਅਧਿਕਾਰ ਹੀ ਨਹੀਂ ਜੀ। ਤੁਸੀਂ ਅੱਜ ਕੋਈ ਕੰਮ ਕਰ ਰਹੇ ਹੋ, ਤੁਸੀਂ ਰੇਡੀਓ ਸ਼ੋਅ ਕਰ ਰਹੇ ਹੋ, ਇਹਦਾ ਤੁਹਾਡੇ ਸਰੋਤਿਆਂ ਦੇ ਉੱਤੇ ਕੀ ਅਸਰ ਪੈਣਾ? ਉਹਦੇ ਤੇ ਤੁਹਾਡਾ ਤਾਂ ਅਧਿਕਾਰ ਸਿਰਫ ਆਪਣੇ ਸ਼ਬਦਾਂ ਦੇ ਉੱਤੇ ਜੀ। ਬਿਲਕੁਲ, ਤੁਹਾਡੇ ਸ਼ਬਦ ਅੱਗੇ ਜਿੱਥੇ ਪਹੁੰਚ ਕੇ ਜੋ ਤੁਸੀਂ ਸੋਚਿਆ ਉਹ ਅਸਰ ਕਰ ਰਹੇ ਨੇ, ਉਹਦਾ ਤੁਹਾਨੂੰ ਨਤੀਜਾ, ਉਹਦੀ ਰਿਟਰਨ ਤੁਹਾਨੂੰ ਮਿਲ ਰਹੀ ਹੈ,
ਉਹ ਤੁਹਾਡੇ ਹੱਥ ਦੇ ਵਿੱਚ ਨਹੀਂ, ਉਹ ਤੁਹਾਡੇ ਅਧਿਕਾਰ ਖੇਤਰ ਦੇ ਵਿੱਚ ਨਹੀਂ। ਤੁਹਾਡੇ ਅਧਿਕਾਰ ਖੇਤਰ ਦੇ ਵਿੱਚ ਸਿਰਫ ਤੁਹਾਡੇ ਸ਼ਬਦ ਹੈ। ਸੋ ਉਸ ਨੂੰ ਇਹ ਗੱਲ ਸਮਝਾਈ ਕਿ ਜਿਹੜਾ ਅਗਿਆਨੀ ਦਾ ਕਰਮ ਹੈ ਉਹ ਲਾਲਸਾ ਦੇ ਬਸ ਕਰਮ ਫਲ ਦੀ ਇੱਛਾ ਦੇ ਨਾਲ ਹੈ। ਤੇ ਜਦੋਂ ਉਹ ਕਰਮ ਫਲ ਨਹੀਂ ਮਿਲਦਾ ਫਿਰ ਉਸ ਦੇ ਵਿੱਚੋਂ ਨਿਰਾਸ਼ਾ ਪੈਦਾ ਹੁੰਦੀ ਹੈ ਜੀ, ਈਰਖਾ ਪੈਦਾ ਹੁੰਦੀ ਹੈ, ਲੋਭ ਪੈਦਾ ਹੁੰਦਾ ਹੈ। ਪਰ ਜਿਹੜਾ ਇੱਕ ਗਿਆਨੀ ਦਾ ਕਰਮ ਹੈ ਉਹ ਕਰਮ ਫਲ ਦੀ ਇੱਛਾ ਦੇ ਤਹਿਤ ਨਹੀਂ, ਉਹ ਨਿਸ਼ਕਾਮ ਕਰਮ ਹੈ, ਉਹ ਉੱਤਮ ਕਰਮ ਹੈ ਜੀ। ਉਹ ਕਰਮ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਕਰਮ ਕਰਨਾ ਉਸ ਦਾ ਧਰਮ ਹੈ। ਅਰਜੁਨ ਨੂੰ ਕਿਹਾ ਤੂੰ ਧਰਮ ਯੁੱਧ ਦੇ ਵਿੱਚ ਖੜਾ ਹੈ। ਧਰਮ ਯੁੱਧ ਦੇ ਵਿੱਚ ਤੂੰ ਇੱਕ ਯੋਧਾ ਹੈ। ਧਰਮ ਯੁੱਧ ਦੇ ਵਿੱਚ ਜਿਹੜਾ ਯੁੱਧ ਕਰਨਾ ਉਹ ਤੇਰਾ ਕਰਮ ਹੈ, ਉਹ ਤੇਰਾ ਧਰਮ ਹੈ। ਸੋ ਆਪਣੇ ਧਰਮ ਨੂੰ ਨਿਭਾਉਣਾ ਜੀ, ਉਸ ਦੇ ਹੇਤੂ ਕਰਮ ਕਰਨਾ ਹੈ। ਜਿੱਤ ਜਾਂ ਹਾਰ, ਕਿਸੇ ਦੀ ਜ਼ਿੰਦਗੀ ਜਾਂ ਮੌਤ, ਉਹ ਤੇਰੇ ਹੱਥ ਦੇ ਵਿੱਚ ਨਹੀਂ, ਉਹ ਤੇਰੇ ਅਧਿਕਾਰ ਦੇ ਵਿੱਚ ਨਹੀਂ। ਸੋ ਤੂੰ ਇੱਕ ਨਿਸ਼ਕਾਮ ਕਰਮ ਦੇ ਫਲ ਤੋਂ ਮੁਕਤ ਹੋ ਕੇ, ਕਰਮ ਦੇ ਫਲ ਦੀ ਇੱਛਾ ਤੋਂ, ਕਰਮ ਦੇ ਫਲ ਦੀ ਸੋਚ ਤੋਂ ਮੁਕਤ ਹੋ ਕੇ, ਆਪਦੇ ਮਨ ਨੂੰ ਸਥਿਰ ਹੋ ਕੇ ਕਰਕੇ ਧਰਮ ਦੇ ਹਿੱਤ ਵਿੱਚ, ਸਮਾਜ ਦੇ ਹਿੱਤ ਵਿੱਚ ਯੁੱਧ ਕਰ, ਕਿਉਂਕਿ ਇਹੀ ਤੇਰਾ ਕਰਮ ਹੈ ਜੀ। ਸੋ ਇਸ ਤਰ੍ਹਾਂ ਭੰਮ ਸਾਹਿਬ ਸ੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਮੋਟੀਵੇਟ ਕੀਤਾ। ਉਸ ਦੇ ਜਿਹੜੇ ਸਵਾਲਾਂ ਦੇ, ਸ਼ੰਕਿਆਂ ਦੇ ਜਵਾਬ ਜਿਹੜੇ ਉਹ ਸਾਰੇ ਦਿੱਤੇ ਤੇ ਉਸ ਨੂੰ ਦੁਬਾਰਾ ਫਿਰ ਉਸ ਦੇ ਵਿੱਚ ਇੱਕ ਹੋਰ ਬੜੀ ਜਿਹੜੀ ਅਲੌਕਿਕ ਘਟਨਾ ਆਉਂਦੀ ਹੈ ਕਿ ਉਹ ਆਪਣਾ ਜਿਹੜਾ ਵਿਸ਼ਵ ਰੂਪ ਹੈ, ਅਖੀਰ ਦੇ ਵਿੱਚ ਅਰਜੁਨ ਕਹਿੰਦਾ ਹੈ ਕਿ ਮੇਰੇ ਸਾਰੇ ਜਿਹੜੇ ਸ਼ੰਕੇ ਹੈ ਉਹਨਾਂ ਦਾ ਨਿਵਾਰਨ ਹੋ ਚੁੱਕਿਆ ਹੈ, ਪਰ ਉਹ ਇੱਛਾ ਪ੍ਰਗਟ ਕਰਦਾ ਹੈ ਆਪਣੀ ਕਿ ਤੁਸੀਂ ਜਿਹੜਾ ਆਪਣਾ ਵਿਸ਼ਵ ਰੂਪ ਹੈ ਉਹ ਮੈਨੂੰ ਦਿਖਾਓ, ਉਸ ਦੇ ਦਰਸ਼ਨ ਕਰਵਾਓ। ਸੋ ਕ੍ਰਿਸ਼ਨ ਉਸ ਨੂੰ ਆਪਣੇ ਵਿਸ਼ਵ ਰੂਪ ਦੇ ਉਸ ਦੇ ਵਿੱਚ ਦਰਸ਼ਨ ਕਰਾਉਂਦੇ ਹੈ, ਜਿਸ ਦੇ ਵਿੱਚ ਉਹ ਦਿਖਾਉਂਦੇ ਹੈ ਆਪਣਾ ਨਿਰਾਕਾਰੀ ਰੂਪ ਕਿ ਜਿਹੜੀ ਰਚਨਾ ਹੈ ਉਹ ਵੀ ਮੈਂ ਕਰ ਰਿਹਾ, ਜੀਵਾਂ ਦੀ ਪਾਲਣਾ ਮੈਂ ਕਰ ਰਿਹਾ, ਜੀਵਾਂ ਦਾ ਸੰਘਾਰ ਵੀ ਮੈਂ ਕਰ ਰਿਹਾ। ਸੋ ਉਸ ਨੂੰ ਦੇਖ ਕੇ ਉਹਦਾ ਜਿਹੜਾ ਮਨ ਹੈ ਉਹ ਸਥਿਰ ਹੋ ਜਾਂਦਾ ਹੈ ਤੇ ਫਿਰ ਉਹ ਆਪਣੇ ਸ਼ਸਤਰ ਚੱਕ ਕੇ ਯੁੱਧ ਕਰਨ ਦੇ ਲਈ ਇੱਕ ਵਾਰ ਫਿਰ ਤਿਆਰ ਹੋ ਜਾਂਦਾ ਹੈ। ਜਿਹੜੇ ਮੋਹ ਦੇ ਬੰਧਨ ਨੇ ਉਹਨਾਂ ਤੋਂ ਮੁਕਤ ਹੋ ਜਾਂਦਾ ਹੈ, ਕਿਉਂਕਿ ਸਾਹਮਣੇ ਕੋਈ ਦਾਦਾ ਹੈ, ਕੋਈ ਗੁਰੂ ਹੈ, ਕੋਈ ਭਰਾ ਹੈ, ਕੋਈ ਭਤੀਜਾ ਹੈ, ਸਭ ਦੇ ਨਾਲ ਯੁੱਧ ਕਰਨਾ ਪੈਣਾ। ਬਿਲਕੁਲ ਸੱਚਾਈ ਦੀ ਖਾਤਰ, ਧਰਮ ਦੀ ਖਾਤਰ। ਭੰਮ ਸਾਹਿਬ ਕੱਲਾ ਅਰਜੁਨ ਨਹੀਂ, ਅੱਜ ਅਸੀਂ ਸਾਰੇ ਕੁਰੂਕਸ਼ੇਤਰ ਦੇ ਵਿੱਚ ਖੜੇ ਹਾਂ। ਆਪੋ ਆਪਣੇ ਕੁਰੂਕਸ਼ੇਤਰ ਦੇ ਵਿੱਚ ਖੜੇ ਅਸੀਂ, ਜਿਹੜੇ ਉਹੀ ਸਵਾਲ ਹੈ ਉਹਨਾਂ ਦੇ ਨਾਲ ਹੀ ਘਿਰੇ ਹੋਏ, ਆਪੋ ਆਪਣੇ ਮਾਰਗਦਰਸ਼ਕ ਦਾ ਜਿਹੜਾ ਹੈ ਉਹ ਇੰਤਜ਼ਾਰ ਜਾਂ ਉਸ ਦੀ ਭਾਲ ਕਰ ਰਹੇ ਹਾਂ। ਸੋ ਜਿਹੜੇ ਉਹ ਸਵਾਲ ਨੇ ਉਹ ਇਕੱਲੇ ਅਰਜੁਨ ਦੇ ਸਵਾਲ ਨਹੀਂ, ਉਹ ਸਾਡੇ ਸਾਰਿਆਂ ਦੇ ਸਵਾਲ ਨੇ ਜੀ। ਸੋ ਆਪੋ ਆਪਣੇ ਜਿਹੜੇ ਕੁਰੂਕਸ਼ੇਤਰ ਦੇ ਵਿੱਚ ਖੜ ਕੇ ਅਸੀਂ ਉਹੀ ਸਵਾਲ ਕਰਦੇ ਹਾਂ ਤੇ ਜਿਨ੍ਹਾਂ ਦੇ ਜਵਾਬ ਸਾਨੂੰ ਸ਼੍ਰੀਮਦ ਭਗਵਦ ਗੀਤਾ ਦੇ ਵਿੱਚੋਂ ਉਹ ਮਿਲਦੇ ਆ ਜੀ। ਇੱਕ ਮੇਰਾ ਹੋਰ ਜਿਹੜਾ ਨਿੱਜੀ ਤਜਰਬਾ ਭੰਮ ਸਾਹਿਬ ਜੀ, ਇੱਕ ਵਾਰ ਸਾਡੇ ਕੋਲ ਕੋਈ ਇੱਕ ਕਥਾ, ਉਹ ਮਤਲਬ ਗੀਤਾ ਦੀ ਇੱਕ ਟਰਾਂਸਲੇਸ਼ਨ ਦੀ ਜਿਹੜੀ ਕਿਤਾਬ ਹੈ ਉਹ ਕੋਈ ਭੇਂਟ ਕਰਨ ਆਇਆ ਤੇ ਸਾਡੇ ਨਾਲ ਇੱਕ ਸ਼ਖਸ ਬੈਠਾ ਸੀ। ਤਾਂ ਉਸਨੇ ਕਿਹਾ ਕਿ ਜਦੋਂ ਗੀਤਾ ਭੇਂਟ ਕਰਨ ਲੱਗੇ ਕਿ ਜੀ ਇਹ ਤਾਂ ਜੀ ਅਸੀਂ ਤਾਂ ਹਜੇ ਜਵਾਨ ਆ, ਸਾਨੂੰ ਇਹਦੀ ਕੀ ਲੋੜ ਹੈ, ਇਹ ਤਾਂ ਹੁਣ ਬੁੱਢਿਆਂ ਦਾ ਕੰਮ ਹੁੰਦਾ ਹੈ ਵੀ ਗੀਤਾ ਦਾ ਪਾਠ ਕਰੀਏ, ਕਿਤਾਬਾਂ ਪੜ੍ਹਨੀ। ਉੱਥੇ ਮੈਂ ਉਸ ਸ਼ਖਸ ਨੂੰ ਟੋਕਿਆ ਤਾਂ ਮੈਂ ਉਹਨੂੰ ਕਿਹਾ ਵੀ ਜਿਹੜੀ ਗੀਤਾ ਹੈ, ਇਟਸ ਕਾਲ ਟੂ ਆਰਮਸ, ਇਟਸ ਕਾਲ ਟੂ ਐਕਸ਼ਨ। ਉਹ ਯੁੱਧ ਕਰਨ ਦੇ ਲਈ ਇੱਕ ਸੰਦੇਸ਼ ਹੈ, ਕਰਮ ਕਰਨ ਦੇ ਲਈ ਸੰਦੇਸ਼ ਹੈ। ਤੇ ਜਿਹੜਾ ਯੁੱਧ ਕਰਨਾ, ਜਿਹੜਾ ਕਰਮ ਕਰਨਾ ਹੈ ਉਹ ਯੂਥ ਨੇ ਕਰਨਾ, ਉਹ ਨੌਜਵਾਨਾਂ ਨੇ ਕਰਨਾ। ਜਿਹੜੇ ਬਜ਼ੁਰਗ ਨੇ ਉਹ ਤਾਂ ਆਪਣਾ ਕਰਮ ਕਰ ਚੁੱਕੇ ਹੈ, ਉਹ ਤਾਂ ਹੁਣ ਸੰਨਿਆਸ ਦੇ ਵੱਲ ਜਾ ਰਹੇ। ਸੋ ਇਸ ਲਈ ਇਹ ਜਿਹੜਾ ਗ੍ਰੰਥ ਹੈ ਇਹ ਮਨ ਦੇ ਵਿੱਚੋਂ ਆਪਣਾ ਇੱਕ ਭਰਮ ਕੱਢ ਦੇਣਾ ਚਾਹੀਦਾ ਵੀ ਇਹ ਬੁੱਢਿਆਂ ਦੇ ਲਈ ਹੈ, ਇਹ ਨੌਜਵਾਨ ਗ੍ਰੰਥ ਹੈ ਤੇ ਨੌਜਵਾਨਾਂ ਦੇ ਲਈ ਹੈ, ਜਿਹੜੇ ਆਪਣੇ, ਜਿਸ ਤਰ੍ਹਾਂ ਅਰਜੁਨ ਹੈ ਉਹ ਜਿਹੜਾ ਆਪਣੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਜਿਹੜਾ ਯੁੱਧ ਹੈ ਉਹ ਕਰਨ ਜਾ ਰਿਹਾ ਹੈ, ਜਿਸ ਤੋਂ ਪਹਿਲਾਂ ਉਸਨੂੰ ਗੀਤਾ ਦਾ ਜਿਹੜਾ ਉਪਦੇਸ਼ ਹੈ ਉਹ ਮਿਲਦਾ ਹੈ। ਸੋ ਇਸ ਲਈ ਇਹ ਜਿਹੜਾ ਗ੍ਰੰਥ ਹੈ ਇਹ ਨੌਜਵਾਨਾਂ ਦੇ ਲਈ ਹੈ ਜੀ।
ਵੈਸੇ ਤਾਂ ਜਿਹੜਾ ਸਾਰਾ ਗਿਆਨ ਹੀ ਹੈ ਭੰਮ ਸਾਹਿਬ, ਉਹ ਨੌਜਵਾਨਾਂ ਦੇ ਵਾਸਤੇ ਹੈ, ਕਿਉਂਕਿ ਜਿਸ ਤਰ੍ਹਾਂ ਸ਼ਲੋਕ ਮਹੱਲਾ 9ਵਾਂ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਆਖਦੇ ਨੇ ਕਿ ਸਰ ਕੰਪਿਓ ਪਗ ਡਗਮਗਿਓ ਨੈਣ ਜੋਤ ਤੇ ਹੀਨ। ਜਦ ਬੰਦਾ ਬੁੱਢਾ ਹੋ ਜਾਂਦਾ ਹੈ ਫਿਰ ਜਿਹੜੀ ਉਸਦੀ ਇੰਟੈਲੈਕਚੁਅਲ ਕੈਪੈਸਿਟੀ ਹੈ ਉਹ ਵੀ ਨੈਚੁਰਲੀ ਸਿਰ ਕੰਬਣ ਲੱਗ ਜਾਂਦਾ ਹੈ, ਨੈਣ ਜੋਤ ਤੋਂ ਹੀਨ ਹੋ ਜਾਂਦੇ ਨੇ, ਪਗ ਡਗਮਗਾਉਣ ਲੱਗ ਜਾਂਦੇ ਨੇ। ਉਸ ਵੇਲੇ ਫਿਰ ਜਿਹੜੀ ਤੁਹਾਡੀ ਗਿਆਨ ਹਾਸਲ ਕਰਨ ਦੀ ਜਿਹੜੀ ਕੈਪੈਸਿਟੀ ਹੈ ਉਹ ਵੀ ਘਟ ਜਾਂਦੀ। ਬਿਲਕੁਲ। ਸੋ ਇਸ ਲਈ ਇਹ ਨੌਜਵਾਨਾਂ ਦੇ ਲਈ ਸੰਦੇਸ਼ ਹੈ ਕਿ ਜਿਹੜੇ ਨੌਜਵਾਨ ਹੈ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਗ੍ਰੰਥਾਂ ਤੋਂ, ਇਹਨਾਂ ਪਵਿੱਤਰ ਗ੍ਰੰਥਾਂ ਤੋਂ ਸੇਧ ਲੈ ਸਕਦੇ ਆ। ਮਹਾਨ ਫਿਲਾਸਫੀ ਹੈ ਜਿਹੜੀ ਇਸ ਤੋਂ ਜਾਣੂ ਹੋਣ ਤੇ ਅੱਜ ਗੀਤਾ ਦਿਵਸ ਦੇ ਮੌਕੇ ਜਿਹੜਾ ਜੁੜਨ ਤੇ ਗੀਤਾ ਦੀ ਫਿਲਾਸਫੀ ਨੂੰ ਪੜ੍ਹਨ ਤੇ ਉਸ ਤੇ ਅਮਲ ਕਰਨ। ਜੀ।